ਪੱਤਰਕਾਰ ਸਿਵਿਆਂ ਵਿੱਚ ਦੀ ਲੰਘ ਰਿਹਾ ਸੀ ਤਾਂ ਭੂਤ ਟੱਕਰੀ ਕਿ ਸਿਵੇ ਵੜ ਰਹੇ ਆ। ਇਸ ਵਕਤ ਸਿਵਿਆਂ ਦੇ ਵਿੱਚ ਹੈ, ਭੂਤ ਤੁਹਾਨੂੰ ਦਿਖਾਈ ਦੇਣਗੇ। ਜਗਦੇਵ ਜੀ ਪਹਿਲਾਂ ਕੀ ਕਹਿ ਰਹੇ ਸੀ ਜਦੋਂ ਆਪਾਂ ਲੰਘ ਰਹੇ ਸੀ? ਸਭ ਤੋਂ ਪਹਿਲਾਂ ਮਨਿੰਦਰ ਜੀ ਇੱਥੇ ਇੱਕ ਬਾਈ ਜੀ ਬੈਠੇ ਆ। ਇੱਕ ਮਿੰਟ ਆਵਾਜ਼ ਆ ਰਹੀ ਹੈ ਕੋਈ? ਹਾਂਜੀ ਹਾਂਜੀ ਹਾਂਜੀ। ਮਨਿੰਦਰ ਜੀ ਇੱਥੇ ਇੱਕ ਛੋਟੀ ਜਿਹੀ ਬੱਚੀ ਰੋ ਰਹੀ ਆ। ਅੱਗੇ ਅੱਗੇ ਆਵਾਜ਼ ਆ ਰਹੀ ਹੈ। ਇੱਥੇ ਆ ਦੇਖੋ, ਅੱਗੇ ਆਵਾਜ਼ ਆ ਰਹੀ ਹੈ। ਇਸ ਗੱਲ ਬਾਈ ਖੜੇ, ਇਹ ਕਹਿ ਰਹੇ ਜੀ। ਹਾਂਜੀ ਬਾਈ ਜੀ, ਬਾਈ ਜੀ ਉਹ ਦੇਖੋ ਬਾਈ ਜੀ ਬੋਲ ਰਹੇ। ਮਨਿੰਦਰ ਜੀ ਉਹ ਉੱਥੇ ਘੱਟੋ ਘੱਟ 2 ਦਰਜਨ ਦੇ ਕਰੀਬ ਨੌਜਵਾਨ ਖੜੇ ਆ, ਹੱਥਾਂ 'ਚ ਸਰਿੰਜਾਂ ਜੀ। ਅੱਛਾ ਉੱਥੇ, ਹਾਂ ਠੀਕ ਹੈ। ਹੱਥਾਂ 'ਚ ਸਰਿੰਜਾਂ, ਲਹੂ ਨਾਲ ਲੱਥ-ਪੱਥ ਖੜੇ ਆ ਜੀ। ਦੋਸਤੋ ਤੁਸੀਂ ਇੱਕ ਪੰਜਾਬੀ ਦਾ ਗਾਣਾ ਸੁਣਿਆ ਹੋਣਾ ਕਿ ਜੱਟ ਸਿਵਿਆਂ ਚੋਂ ਲੰਘਿਆ ਚੰਡੇਲ ਟੱਕਰੀ। ਤਾਂ ਅੱਜ ਪੱਤਰਕਾਰ ਸਿਵਿਆਂ ਵਿੱਚ ਦੀ ਲੰਘ ਰਿਹਾ ਸੀ ਤਾਂ ਭੂਤ ਟੱਕਰੀ। ਮੈਂ ਇਸ ਵਕਤ ਰਾਮਬਾਗ ਦੇ ਵਿੱਚ ਖੜਾ ਹਾਂ, ਸਿਵਿਆਂ ਦੇ ਵਿੱਚ ਖੜਾ ਹਾਂ। ਉੱਥੋਂ ਦੀ ਮੈਂ ਲੰਘ ਰਿਹਾ ਸੀ, ਉਹਦੇ ਕੋਲ ਦੀ ਤਾਂ ਮੈਨੂੰ ਰੋਕ ਲਿਆ। ਮੈਂ ਤੇ ਮੇਰੇ ਸਾਥੀ, ਮੇਰੇ ਨਾਲ ਜਗਦੇਵ ਢੱਲਾ ਸਾਥੀ ਨੇ, ਅਸੀਂ ਲੰਘ ਰਹੇ ਸੀ ਤਾਂ ਸਾਨੂੰ ਰੋਕ ਲਿਆ ਦੁੱਖ ਦੱਸਣ ਵਾਸਤੇ। ਕਹਿੰਦੇ ਦੁੱਖ ਦੱਸਣਾ ਹੈ, ਸਾਡੇ ਨਾਮ ਤੇ ਗਰਾਂਟਾਂ ਬਹੁਤ ਖਾਧੀਆਂ ਜਾਂਦੀਆਂ, ਸਾਡਾ ਬੜਾ ਕੁਝ ਹੈ, ਸਾਨੂੰ ਅਸੀਂ ਕਿਸ ਤਰੀਕੇ ਦੇ ਨਾਲ ਇੱਥੇ ਆਏ ਆ, ਕੀ ਸੰਤਾਪ ਝੱਲਿਆ, ਉਹ ਸਾਰੇ ਤੇ ਅਸੀਂ ਕਹਿੰਦੇ ਅੱਜ ਤੁਹਾਡੇ ਨਾਲ ਚਰਚਾ ਕਰਨੀ ਆ। ਸਾਨੂੰ ਭੂਤਾਂ ਨੇ ਰੋਕ ਲਿਆ। ਰਾਤ ਦਾ ਟਾਈਮ ਹੈ, ਡਰ ਵੀ ਲੱਗੀ ਜਾਂਦਾ, ਕਿਉਂਕਿ ਡਰ ਤਾਂ ਤੁਹਾਨੂੰ ਪਤਾ ਵੀ ਜਦੋਂ ਭੂਤ ਦਾ ਨਾਮ ਆ ਗਿਆ ਤਾਂ ਡਰ ਤਾਂ ਲੱਗਣਾ ਸੁਭਾਵਿਕ ਹੈ। ਤਾਂ ਆ ਤੁਸੀਂ ਦੇਖ ਰਹੇ ਹੋ ਕਿ ਸਿਵੇ ਵੜ ਰਹੇ ਆ। ਇਸ ਵਕਤ ਸਿਵਿਆਂ ਦੇ ਵਿੱਚ ਹੈ, ਭੂਤ ਤੁਹਾਨੂੰ ਦਿਖਾਈ ਦੇਣਗੇ। ਤੁਹਾਨੂੰ ਪਤਾ ਹੀ ਹੈ ਕਿ ਭੂਤ ਨਾ ਕੈਮਰੇ 'ਚ ਆਵੇ ਅਤੇ ਨਾ ਕੁਛ, ਨਾ ਉਹਦੀ ਆਵਾਜ਼। ਸਾਨੂੰ ਪਤਾ ਨਹੀਂ ਕਿਵੇਂ ਹੈ, ਕੀ ਲੱਗਿਆ ਉਹਨੂੰ, ਉਹਨੇ ਦੁੱਖ ਦੱਸਣਾ ਸੀ, ਕੀ ਗੱਲ ਸੀ, ਸਾਨੂੰ ਰੋਕ ਲਿਆ। ਸਾਨੂੰ ਉਹਨੇ ਦੁੱਖ ਦੱਸਿਆ ਹੈ, ਦੁੱਖ 'ਤੇ ਵੀ ਚਰਚਾ ਕਰਾਂਗੇ ਵੀ ਕੀ ਕਿਹਾ। ਪਹਿਲਾਂ ਆਪਾਂ ਇੱਧਰ ਆ ਜਾਈਏ, ਜਗਦੇਵ ਜੀ ਆ ਜਾਓ, ਕਿਉਂਕਿ ਉਹ ਇੱਥੇ ਖੜੇ ਆ ਤੇ ਫਿਰ ਉਹ ਆਪਾਂ ਸਾਰੀ ਗੱਲਬਾਤ ਸਾਂ। ਜਗਦੇਵ ਜੀ ਪਹਿਲਾਂ ਕੀ ਕਹਿ ਰਹੇ ਸੀ ਜਦੋਂ ਆਪਾਂ ਲੰਘ ਰਹੇ ਸੀ? ਸਭ ਤੋਂ ਪਹਿਲਾਂ ਮਨਿੰਦਰ ਜੀ ਇੱਥੇ ਇੱਕ ਬਾਈ ਜੀ ਬੈਠੇ ਆ। ਅੱਛਾ, ਦਿਖਾਈ ਨਹੀਂ ਦੇ ਰਹੇ ਕਿਸੇ ਨੂੰ? ਹਾਂਜੀ, ਇਹ ਦਿਖਾਈ ਨਹੀਂ ਦੇ ਰਹੀ। ਮੇਰੀ ਇਹਨਾਂ ਨਾਲ ਹੁਣੇ ਗੱਲ ਹੋਈ ਸੀਗੀ, ਇਹ ਆਮ ਕਿਸੇ ਪਬਲਿਕ ਨੂੰ ਦਿਖਾਈ ਨਹੀਂ ਦੇਣਾ ਜੀ ਇਹਨਾਂ ਨੇ। ਇਹ ਬਾਈ ਜੀ ਕਹਿ ਰਹੇ ਜੀ ਮੈਂ ਇੱਕ ਗੱਡੀ ਤੇ ਕੋਈ ਡਰਾਈਵ ਕਰਕੇ ਗੱਡੀ ਚਲਾ ਰਿਹਾ ਸੀ ਰੋਡ ਤੇ। ਹਾਂਜੀ, ਟੁੱਟੀਆਂ ਸੜਕਾਂ ਤੋਂ ਜਦੋਂ ਮੈਂ ਗੁਜ਼ਰ ਰਿਹਾ ਸੀ, ਹਾਂਜੀ, ਤਾਂ ਕੀ ਹੋਇਆ ਜੀ, ਇੱਕ ਹਾਦਸਾ ਵਾਪਰਿਆ ਜਿਹਦੇ 'ਚ ਮੈਂ ਬਹੁਤ ਗੰਭੀਰ ਜ਼ਖਮੀ ਹੋ ਗਿਆ। ਉਸ ਤੋਂ ਬਾਅਦ ਮੈਨੂੰ ਚੱਕ ਕੇ ਜੀ ਉੱਥੋਂ ਦੇ ਲੋਕਾਂ ਨੇ, ਕਿਸੇ ਸੰਸਥਾਵਾਂ ਨੇ ਮੈਨੂੰ ਇੱਕ ਹਸਪੀਟਲ 'ਚ ਪਹੁੰਚਾਇਆ। ਹਸਪੀਟਲ ਦੇ ਵਿੱਚ ਕਹਿੰਦੇ ਕੋਈ ਡਾਕਟਰ ਨਾ ਹੋਣ ਕਰਕੇ ਜੀ ਮੈਨੂੰ 2 ਘੰਟੇ ਲਈ ਫਿਰੇ ਜੀ। ਉਸ ਡਾਕਟਰ ਕੋਲ ਜਾਂਦੇ, ਉਹਦੇ ਕੋਲ ਜਾਂਦੇ, ਕਿਸੇ ਸਰਕਾਰੀ ਹਸਪਤਾਲ 'ਚ ਕਿਸੇ ਕੋਈ ਡਾਕਟਰ ਨਹੀਂ ਸੀਗਾ ਜੀ। ਜਦੋਂ ਤੱਕ ਮੇਰੇ ਇਲਾਜ ਦੀ ਪ੍ਰਕਿਰਿਆ ਜੀ, ਉਦੋਂ ਤੱਕ ਮੈਂ ਆਪਦੀ ਜੀਵਨ ਲੀਲਾ ਖਤਮ ਕਰਕੇ ਧਰਮਰਾਜ ਦੀ ਕਚਹਿਰੀ 'ਚ ਪਹੁੰਚ ਚੁੱਕਾ ਸੀ। ਤੇ ਔਰ ਪਿੱਛੇ ਆਪਣੇ ਮੈਂ ਆਪਦੇ ਛੋਟੇ ਜਿਹੇ 2 ਬੱਚੇ, ਇੱਕ ਘਰ ਵਾਲੀ, ਬਿਰਧ ਮਾਂ ਬਾਪ ਛੱਡ ਕੇ ਆ ਗਿਆ। ਤੇ ਮੈਂ ਇੱਥੇ ਬੜਾ ਤੜਫ ਰਿਹਾ। ਕਹਿੰਦਾ ਮੈਂ ਇਸ ਸਿਸਟਮ ਨੂੰ ਤੜਫ ਰਿਹਾ, ਰੋ ਰਿਹਾ ਜੀ ਇਸ ਸਿਸਟਮ ਨੂੰ, ਵੀ ਤੁਸੀਂ ਇੱਥੇ ਕਿੱਡੇ ਸੋਹਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸ਼ਮਸ਼ਾਨ ਘਾਟ, ਜਿਨ੍ਹਾਂ ਨੂੰ ਅਸੀਂ ਰਾਮਬਾਗ ਸ਼ਮਸ਼ਾਨ ਘਾਟ ਜਾਂ ਸਿਵੇ ਕਹਿ ਦਿੰਦੇ ਹਾਂ, ਵੀ ਇੰਨੇ ਵਧੀਆ ਬਣਾਏ ਜਾ ਰਹੇ ਆ, ਜਦ ਕਿ ਸੜਕਾਂ ਦਾ, ਹਸਪਤਾਲਾਂ ਦਾ ਕੋਈ ਹਾਲ ਨਹੀਂ ਜੀ। ਜਿੱਥੋਂ ਕਿ ਲੋਕ ਜੇਕਰ ਕਹਿੰਦਾ ਜੇ ਇੱਥੋਂ ਦੇ ਰੁਪਈਏ ਕਿਸੇ ਹਸਪਤਾਲ ਤੇ, ਕਿਸੇ ਰੋਡ ਤੇ ਲੱਗੇ ਹੁੰਦੇ, ਸ਼ਾਇਦ ਅੱਜ ਮੇਰਾ ਪਰਿਵਾਰ ਨਾ ਰੁਲਦਾ, ਤਾਂ ਮੈਨੂੰ ਇੱਥੋਂ ਤੱਕ ਆਉਣ ਦੀ ਨੌਬਤ ਨਾ ਪੈਂਦੀ। ਉਹਨੇ ਇੱਕ ਗੱਲ ਇਹ ਵੀ ਆਖੀ ਆ, ਉਹ ਕਹਿੰਦਾ ਵੀ ਮੇਰਾ ਜਿਹੜਾ ਵੀ ਕੋਈ ਮਰ ਜਾਂਦਾ ਉਹਦਾ ਇੱਥੇ ਆਉਣ ਨੂੰ ਜੀ ਨਹੀਂ, ਮਤਲਬ ਜਿਹੜਾ ਬੰਦਾ ਜਿਉਂਦਾ ਉਹਦਾ ਇੱਥੇ ਆਉਣ ਨੂੰ ਜੀ ਨਹੀਂ ਕਰਦਾ, ਕਹਿ ਰਿਹਾ, ਤੇ ਜਿਹੜਾ ਮਰ ਚੁੱਕਿਆ ਉਹਦਾ ਇੱਥੋਂ ਜਾ ਨਹੀਂ ਸਕਦਾ। ਤੇ ਫਿਰ ਇੱਥੇ ਕਹਿੰਦੇ ਪੈਸੇ ਕਾਹਦੇ ਵਾਸਤੇ ਲਾਈ ਜਾਂਦੇ? ਇੱਥੇ ਇੱਕ ਨਾਲ ਮਾਤਾ ਜੀ ਬੈਠੇ ਜੀ, ਉਹ ਬੜੇ ਦੁੱਖ ਨਾਲ ਕਹਿ ਰਹੇ ਜੀ ਪਰਲੇ ਪਾਸੇ। ਉਹ ਮਾਤਾ ਜੀ ਕਹਿ ਰਹੇ ਆ, ਕਹਿੰਦੇ ਕਿ ਮੈਂ ਬੇਟਾ ਇੰਨਾ ਦੁਖੀ ਹੋ ਕੇ, ਮੇਰਾ ਪੁੱਤ ਨੌਜਵਾਨ ਨਸ਼ਿਆਂ ਨੇ ਖਾ ਲਿਆ, ਸਰਕਾਰਾਂ ਦੀਆਂ ਨੀਤੀਆਂ, ਜਿਹੜੇ ਕਿ ਕੁੱਤੇ ਲੋਕਾਂ ਦਾ ਕੁੱਤਾ ਸਿਸਟਮ, ਜਿਨ੍ਹਾਂ ਨੇ ਕਿ ਨੌਜਵਾਨ ਪੁੱਤ ਮਾਰਤਾ ਮੇਰਾ। ਕਹਿੰਦੀ ਨਾਲ ਮੇਰਾ ਪੁੱਤ ਬੈਠਾ, ਮੈਂ ਪੁੱਤ ਨੂੰ ਰੋਂਦੀ ਰੋਂਦੀ ਪੁੱਤ ਦੇ ਪਿੱਛੇ ਆ ਗਈ। ਕਹਿੰਦੀ ਜੀ ਪਿੱਛੇ ਆਉਣ ਕਰਕੇ ਪੁੱਤ ਦੇ, ਕਹਿੰਦੀ ਅੱਜ ਮੈਂ ਉਹਨਾਂ ਲੋਕਾਂ ਨੂੰ ਉਡੀਕ ਰਹੀ ਹਾਂ ਜਿਨ੍ਹਾਂ ਨੇ ਮੇਰਾ ਪੁੱਤ ਮਾਰਿਆ, ਕਿ ਨਸ਼ੇ ਵੇਚਣ ਵਾਲਿਓ ਤੁਸੀਂ ਜਲਦੀ ਇੱਥੇ ਆਓ, ਤੁਹਾਡੇ ਪੁੱਤ ਵੀ ਮੇਰੇ ਕੋਲੇ ਪੁੱਤ ਦੇ ਨਾਲ ਖੇਡਣ ਆ ਕੇ, ਜਿੱਥੇ ਮੈਂ ਤੜਫਦੀ ਪਈ ਹਾਂ, ਤੁਹਾਡੀਆਂ ਮਾਵਾਂ ਵੀ ਤੜਫਦੀਆਂ ਇੱਥੇ ਆਉਣ, ਤੁਹਾਡੇ ਪੁੱਤ ਵੀ ਆਉਣ ਤੇ ਤੁਹਾਡੇ ਪਰਿਵਾਰ ਵੀ ਇੱਥੇ ਆਉਣ। ਕਹਿੰਦੀ ਤੁਹਾਡਾ ਮਗਰ ਪਰਿਵਾਰ ਰੁਲੇ ਜਿਵੇਂ ਮੇਰੇ ਪੁੱਤ ਦਾ ਪਰਿਵਾਰ ਮਗਰ ਰੁਲਦਾ, ਮੈਂ ਤੁਹਾਡੇ ਰੁਲ ਨੂੰ। ਉਹ ਬੈਠੀ ਰੋ ਰਹੀ ਹੈ ਮਾਤਾ ਜੀ, ਇੱਕ ਉਹ ਬੈਠੀ ਰੋ ਰਹੀ ਹੈ। ਬਿਲਕੁਲ, ਮਾਤਾ ਨੇ ਬੜਾ ਦੁੱਖ ਦੱਸਿਆ। ਅੱਗੇ ਵੀ ਬੜੇ ਬੈਠੇ ਆ ਗੱਲਾਂ ਬਾਤਾਂ, ਕਿਉਂਕਿ ਉਹਨਾਂ ਨੇ ਫਿਰ ਸਾਰਿਆਂ ਨੂੰ ਬੁਲਾ ਲਿਆ, ਆਪਣੇ ਜੋ ਸਹਿਯੋਗੀ ਸੀ, ਜੋ ਇੱਥੇ ਉਹਨਾਂ ਦੀਆਂ ਭੂਤ ਸਾਥੀ ਹੈ, ਕਿਉਂਕਿ ਵੱਖੋ ਵੱਖਰੇ ਘਟਨਾਵਾਂ ਦੇ ਵਿੱਚ ਜਿਨ੍ਹਾਂ ਨੇ ਜਾਨ ਗਵਾਈ ਹੈ, ਵੱਖੋ ਵੱਖਰੇ ਤਰੀਕਿਆਂ ਦੇ ਨਾਲ, ਕੋਈ ਸਿਸਟਮ ਦੇ ਵੱਖੋ ਵੱਖਰੀਆਂ ਕਮੀਆਂ ਦੇ ਕਰਕੇ ਜੋ ਜਾਨਾਂ ਗਈਆਂ, ਉਹ ਸਾਰੇ ਇੱਥੇ ਅੱਜ ਦੁੱਖ ਦੱਸਣ ਲਈ ਬੈਠੇ ਆ। ਉਹਨਾਂ ਨੇ ਰੋਕੇ ਸਪੈਸ਼ਲ, ਉਹ ਕਹਿੰਦੇ ਰੋਕ ਕੇ ਜਾਓ, ਦੁੱਖ ਸੁਣ ਕੇ ਜਾਓ। ਵੱਡੇ ਪੱਤਰਕਾਰੋ, ਕਦੇ ਲੀਡਰਾਂ ਦੇ ਅੱਗੇ ਹੋ ਜਾਂਦੇ ਆ, ਕਦੇ ਕਿਸੇ ਹੋਰ ਮੁੱਦੇ ਤੇ ਹੋ ਜਾਂਦੇ ਆ, ਸਾਡਾ ਵੀ ਦੁੱਖ ਜੋ ਸੁਣ ਕੇ ਜਾਓ। ਵੋਟਾਂ ਆ ਰਹੀਆਂ, ਹੋ ਸਕਦਾ ਹੈ ਕਿ ਸਾਡੀਆਂ ਇੱਥੇ ਜਨਸੰਖਿਆ ਮਨਿੰਦਰ ਜੀ ਉਹ ਉੱਥੇ ਘੱਟੋ ਘੱਟ 2 ਦਰਜਨ ਦੇ ਕਰੀਬ ਨੌਜਵਾਨ ਖੜੇ ਆ, ਹੱਥਾਂ 'ਚ ਸਰਿੰਜਾਂ ਜੀ। ਅੱਛਾ ਉੱਥੇ, ਹਾਂ ਠੀਕ ਹੈ, ਹੱਥਾਂ 'ਚ ਸਰਿੰਜਾਂ, ਲਹੂ ਨਾਲ ਲੱਥ-ਪੱਥ ਖੜੇ ਆ ਜੀ। ਹਾਂਜੀ, ਠੀਕ ਹੈ ਜੀ।
ਉਹ ਕਹਿੰਦੇ ਸਾਨੂੰ ਮਾਰਨ ਵਾਲੇ, ਸਾਡੇ ਘਰਾਂ ਨੂੰ ਬਰਬਾਦ ਕਰਨ ਵਾਲੇ ਨਸ਼ਾ ਤਸਕਰ ਹੈ ਜੀ, ਜਿਨ੍ਹਾਂ ਤੇ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ, ਪ੍ਰਸ਼ਾਸਨ ਦਾ ਕੋਈ ਕੰਟਰੋਲ ਨਹੀਂ ਜੀ। ਕਹਿੰਦੇ ਅੱਜ ਸਾਡੇ ਪਰਿਵਾਰਾਂ ਨੂੰ ਅਸੀਂ ਇਹੋ ਜਿਹੀਆਂ ਬਰਬਾਦ ਕਰਕੇ ਇੱਥੇ ਆਏ ਆ, ਸਾਡੇ ਘਰ ਵੀ ਬਰਬਾਦ ਹੋ ਗਏ ਨਸ਼ਿਆਂ ਨਾਲ, ਅਸੀਂ ਤਾਂ ਜ਼ਿੰਦਗੀ ਗਵਾ ਹੀ ਲਈ ਆ। ਤੇ ਇੱਕ ਪਾਸੇ ਮਨਿੰਦਰ ਜੀ ਹੋਰ ਦੇਖਿਆ ਤੁਸੀਂ, ਉਹ ਥੋੜਾ ਜਿਹਾ ਅੱਗੇ ਧਿਆਨ ਨਾਲ ਨਿਗਾਹ ਮਾਰੋ ਤੇ ਰੱਸੇ ਲਈ ਖੜੇ ਆ ਕੁਝ ਬਜ਼ੁਰਗ, ਖੜੇ ਆ, ਬਿਲਕੁਲ ਖੜੇ ਆ। ਹਾਂਜੀ, ਉਹ ਕਹਿ ਰਹੇ ਜੀ, ਕਹਿੰਦੇ ਸਾਨੀ ਅਸੀਂ ਉਹ ਆ ਜੀ, ਉਹ ਆਪਦੇ ਉਹ ਕਹਿੰਦੇ ਕਿਸਾਨ ਕਹਿ ਰਹੇ ਆਪਣੇ ਆਪ ਨੂੰ, ਹਾਂਜੀ, ਕਹਿੰਦੇ ਅਸੀਂ ਕਿਸਾਨ ਆ ਜੀ, ਸਾਡੀਆਂ ਫਸਲਾਂ, ਸਾਡੀਆਂ ਜ਼ਮੀਨਾਂ, ਹਾਂਜੀ, ਕੋਆਪਰੇਟਿਵ ਘਰਾਣਿਆਂ ਨੇ ਜ਼ਬਤ ਕਰ ਲਈਆਂ ਜੀ, ਫਸਲਾਂ ਦੇ ਸਾਨੂੰ ਮੁੱਲ ਨਹੀਂ ਮਿਲੇ ਜੀ, ਲੋਨ ਕਰਜ਼ੇ ਸਾਡੇ ਸਿਰ ਤੇ ਚੜ ਗਏ, ਜਵਾਨ ਧੀਆਂ ਦੇ ਪਿਓ ਹੋ ਗਏ ਸੀ, ਪਰਾਲੀਆਂ 'ਚ ਸੜ ਕੇ ਫਾਹੇ ਲੈ ਲੈ ਮਰੇ ਆ ਜੀ, ਉਹ ਖੜੇ ਆ, ਉਹ ਬਹੁਤ ਪਿੱਟ ਰਹੇ ਜੀ। ਉਹ ਵੀ ਪ੍ਰਸ਼ਾਸਨ ਨੂੰ ਪੁੱਛ ਰਹੇ ਆ ਜੀ, ਸਰਕਾਰਾਂ ਨੂੰ ਪੁੱਛ ਰਹੇ ਆ, ਸਰਕਾਰਾਂ ਨੂੰ ਕਹਿ ਰਹੇ, ਕਹਿੰਦੇ ਤੁਸੀਂ ਇੰਨਾ ਰੁਪਈਆ ਸ਼ਮਸ਼ਾਨ ਘਾਟਾਂ ਤੇ, ਰਾਮ ਬਾਗਾਂ ਤੇ, ਮੁਰਦ ਘਾਟਾਂ ਤੇ ਲਾਈ ਜਾਂਦੇ ਹੋ ਜੀ, ਕਹਿੰਦੇ ਪਰ ਕਿਤੇ ਨਾ ਕਿਤੇ ਜਿਉਂਦਿਆਂ ਨੂੰ ਧਰ ਜਿਉਣ ਜੋਗੇ ਛੱਡ ਦਿਓ, ਤੁਸੀਂ ਮਾਰ ਕੇ ਸਾਡੇ ਮਗਰ ਸਾਨੂੰ ਸਵਰਗ ਦੇਣ ਆਉਣੇ, ਵੀ ਸਵਰਗ ਜੋਗੀ ਜਗ੍ਹਾ ਬਣਾ ਦੀ ਤੁਹਾਨੂੰ, ਤੇ ਜੀ ਦਿਲ ਕਰਦਾ ਆਪ ਕਿਉਂ ਨਹੀਂ ਆਉਂਦੇ ਤੁਸੀਂ ਇੱਥੇ, ਤੁਹਾਡਾ ਮਰਨ ਨੂੰ ਜੀ ਨਹੀਂ ਕਰਦਾ, ਸਾਨੂੰ ਤੁਸੀਂ ਮਰਨ ਲਈ ਮਜਬੂਰ ਕਰਤਾ। ਬਹੁਤ ਮਨਿੰਦਰ ਜੀ ਇੱਥੇ ਬੜੇ ਯਾਨੀ ਕਿ ਸੈਂਕੜੇ ਲੋਕ ਫਿਰ ਰਹੇ ਆ ਇਸ ਟਾਈਮ। ਤਾਂ ਵਾਕਈ ਬਜ਼ੁਰਗ ਖੜੇ ਆ, ਕਿਸਾਨ ਖੜੇ ਆ, ਉਹ ਕਹਿ ਰਹੇ ਆ ਕਿ ਸਾਨੂੰ ਸਿਸਟਮ ਨੇ ਸਾਡੇ ਸਿਰ ਕਰਜ਼ੇ ਚੜਾ ਦਿੱਤੇ, ਸਾਨੂੰ ਮਜਬੂਰ ਕਰ ਦਿੱਤਾ ਕਿ ਸਾਨੂੰ ਖੁਦਕੁਸ਼ੀਆਂ ਕਰਨੀਆਂ ਪਈਆਂ। ਦੇਖੋ ਇੱਕ ਮਿੰਟ, ਆਵਾਜ਼ ਆ ਰਹੀ ਹੈ ਕੋਈ? ਹਾਂਜੀ ਹਾਂਜੀ ਹਾਂਜੀ, ਇੱਕ ਮਿੰਟ, ਹਾਂਜੀ ਠੀਕ। ਮਨਿੰਦਰ ਜੀ ਇੱਥੇ ਇੱਕ ਛੋਟੀ ਜਿਹੀ ਬੱਚੀ ਰੋ ਰਹੀ ਆ, ਕਹਿੰਦੀ ਸਾਨੂੰ ਤੁਸੀਂ ਪੁੱਤਾਂ ਦੇ ਨਾਂ ਤੇ ਕੁੱਖਾਂ 'ਚ ਮਾਰ ਰਹੇ ਹੋ, ਕਹਿੰਦੀ ਹਾਂਜੀ, ਸਾਡੇ ਨਾਂ ਦੀਆਂ ਕਹਿੰਦੀ ਕਰੋੜਾਂ ਹਜ਼ਾਰਾਂ ਬੱਚੀਆਂ, ਲੱਖਾਂ ਬੱਚੀਆਂ ਇੱਥੇ ਨੇੜੇ ਤੇੜੇ ਫਿਰ ਰਹੀਆਂ ਜੀ, ਕਹਿੰਦੀਆਂ 5-7 ਇੱਥੇ 5-7-10 ਇੱਥੇ ਦੇਖ ਰਹੀਆਂ ਜੀ, ਐਡੀ ਕਾ ਜੀ। ਇਹ ਕਹਿ ਰਹੀ ਹੈ, ਕਹਿੰਦੀ ਵੀ ਤੁਸੀਂ ਸਾਨੂੰ ਕੁੱਖਾਂ 'ਚ ਮਾਰਤਾ ਪੁੱਤਾਂ ਦੀ ਖਾਤਰ, ਸਾਨੂੰ ਕੁੱਖਾਂ 'ਚ ਮਾਰਤਾ, ਪੁੱਤਾਂ ਨੂੰ ਨਸ਼ਿਆਂ ਨੇ ਮਾਰਤਾ, ਤੁਸੀਂ ਕਹਿੰਦੀ ਖੱਟਿਆ ਕੀ ਸਮਾਜ ਤੋਂ, ਬਿਲਕੁਲ ਸਾਨੂੰ ਤੁਸੀਂ ਕੁੱਖਾਂ 'ਚ ਮਾਰਨ ਬਦਲੇ ਤੁਸੀਂ ਪੁੱਤਾਂ ਦੀ ਵੀ ਕੁਰਬਾਨੀ ਦਿੱਤੀ। ਇਹ ਸਮਾਜ 'ਚ ਨਸ਼ਾ ਇੰਨਾ ਫੈਲ ਚੁੱਕਿਆ ਜੀ, ਐਡਾ ਭ੍ਰਿਸ਼ਟਾਚਾਰ ਫੈਲ ਚੁੱਕਿਆ, ਬੜੀ ਰੋ ਰਹੀ ਹੈ ਜੀ ਬੱਚੀ ਛੋਟੀ ਜੀ, ਇਹ ਦੇਖੋ। ਬਿਲਕੁਲ ਬਿਲਕੁਲ, ਇੱਕ ਬੱਚੀ ਰੋ ਰਹੀ ਹੈ, ਬੱਚੀ ਉਹ ਇਹ ਕਹਿ ਰਹੀ ਹੈ ਕਿ ਕਿਹੋ ਜਿਹਾ ਸਿਸਟਮ ਹੈ, ਕਿਹੋ ਜਿਹਾ ਸਮਾਜ ਹੈ ਕਿ ਇੱਥੇ ਸਿਰਫ ਪੁੱਤਾਂ ਨੂੰ ਹੀ ਅੱਗੇ ਰੱਖਿਆ ਜਾਂਦਾ, ਮੇਰੀ ਭਰੂਣ ਹੱਤਿਆ ਜਿਵੇਂ ਕਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਹੋਈ ਹੈ, ਕਿਉਂਕਿ ਇੱਥੇ ਦਫਨਾਇਆ ਵੀ ਜਾਂਦਾ, ਜੋ ਬੱਚਾ ਛੋਟਾ ਹੁੰਦਾ ਜਿਹਨੇ ਹਜੇ ਜਨਮ ਨਹੀਂ ਲਿਆ ਹੁੰਦਾ ਉਹਨੂੰ ਦਫਨਾ ਵੀ ਦਿੱਤਾ ਜਾਂਦਾ ਸਾਡੇ ਸਮਾਜ 'ਚ। ਬਹੁਤ ਤਾਂ ਹਸਪਤਾਲਾਂ ਦੇ ਕੂੜਦਾਨਾਂ ਦੇ ਵਿੱਚ ਅੱਗੇ ਆਵਾਜ਼ ਆ ਰਹੀ ਹੈ, ਦੇਖੋ ਅੱਗੇ ਆਵਾਜ਼ ਆ ਰਹੀ ਹੈ, ਇਸ ਗੱਲ ਇਹ ਕਹਿ ਰਹੇ ਜੀ। ਹਾਂਜੀ ਬਾਈ ਜੀ, ਹਾਂਜੀ ਦੇਖੋ ਮਨਿੰਦਰ ਜੀ ਇਹ ਕਹਿ ਰਹੇ ਆ, ਕਹਿੰਦੇ ਸਾਨੂੰ ਸਰਕਾਰਾਂ ਨੇ ਤੇ ਲੀਡਰਾਂ ਨੇ ਹਾਂਜੀ ਆਪਸ ਵਿੱਚ ਭੜਿਆ ਕੇ ਦੰਗੇ ਕਰਾ ਕੇ ਕਹਿੰਦੇ ਸਾਨੂੰ ਸੈਂਕੜੇ ਲੱਖਾਂ ਸਾਡੀਆਂ ਜਾਨਾਂ ਲੈ ਚੁੱਕੇ ਆ ਲੀਡਰ ਜੀ, ਕਹਿੰਦੇ ਸਾਨੂੰ ਲਹੂ ਲੁਹਾਨ ਖੜੇ ਜੀ। ਦੇਖੋ ਧਰਮ ਦੇ ਨਾਤੇ ਕੋਈ ਧਰਮ ਦੇ ਨਾਤੇ ਕਹਿੰਦੇ ਲੀਡਰ, ਰਾਜਨੀਤੀ ਦੇ ਨਾਤੇ ਕਹਿੰਦੇ ਆਪ ਇਕੱਠੇ ਕੁਰਸੀਆਂ ਤੇ ਬੈਠੇ ਆ, ਸਾਡੇ ਘਰ ਉਜਾੜ ਕੇ ਸਾਡੀਆਂ ਮਾਵਾਂ ਦੇ ਪੁੱਤ ਅਸੀਂ ਆ ਬੈਠੇ ਆ, ਤੇ ਕਹਿੰਦੇ ਸਾਨੂੰ ਸੇਵਾ 'ਚ ਪਹੁੰਚਾਤਾ, ਸਾਨੂੰ ਧਰਮਰਾਜ ਦੇ ਘਰ ਤੱਕ ਪਹੁੰਚਾਤਾ, ਬਲਕਿ ਅਸੀਂ ਪਹੁੰਚੇ ਵੀ ਨਹੀਂ, ਅਸੀਂ ਤੜਫਦੇ ਫਿਰਦੇ ਹਾਂ ਜੀ, ਅਸੀਂ ਉਸ ਚੀਜ਼ ਨੂੰ ਤੜਫਦੇ ਫਿਰਦੇ ਹਾਂ। ਕਹਿੰਦੇ ਬਾਈ ਜੀ ਕਹਿੰਦੇ ਉਸ ਨੂੰ ਤੜਫਦੇ ਫਿਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਂ 'ਤੇ ਸਾਨੂੰ ਝੂਠੇ ਵਾਅਦੇ, ਝੂਠੀਆਂ ਸਰਕਾਰਾਂ, ਝੂਠੇ ਦੰਗਿਆਂ 'ਚ ਸਾਨੂੰ ਧਰਮ ਦੇ ਨਾਂ 'ਤੇ ਜਾਂ ਦੰਗਿਆਂ ਦੇ ਨਾਂ 'ਤੇ ਮਰਵਾਇਆ। ਅਸੀਂ ਉਹਨਾਂ ਦੀ ਉਡੀਕ ਕਰ ਰਹੇ ਹਾਂ ਵੀ ਜਲਦੀ ਇੱਥੇ ਆਉਣ, ਤੇ ਤਾਂ ਕਿ ਇਹ ਜਿਹੜਾ ਐਡੇ ਵਧੀਆ ਬਣਾ ਰਹੇ ਆ ਤੇ ਇੱਥੇ ਰਹਿਣ ਆ ਕੇ ਸਾਡੇ ਨਾਲ ਰਹਿਣ। ਉਹ ਧਰਮ ਦੇ ਨਾਮ ਤੇ ਅਸੀਂ ਦੇਖਦੇ ਹਾਂ ਆ ਬੜੇ ਸੈਂਕੜੇ ਦੇ ਕੇ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਲੋਕ ਇੱਥੇ ਬੈਠੇ ਆ ਜਿਹੜੇ ਕਹਿੰਦੇ ਕਿ ਸਾਨੂੰ ਧਰਮਾਂ ਦੀ ਅੱਗ ਦੇ ਵਿੱਚ ਸਿੱਟ ਕੇ, ਕਦੇ ਸਾਨੂੰ ਮੁਸਲਮਾਨ ਬਣਾਏ, ਕਦੇ ਸਾਨੂੰ ਹਿੰਦੂ ਬਣਾਏ, ਕਦੇ ਸਿੱਖ ਬਣਾ ਕੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ, ਤੇ ਜਿਨ੍ਹਾਂ ਨੇ ਸਾਨੂੰ ਇਹ ਬਣਾਇਆ ਉਹ ਅੱਜ ਤਖਤਾਂ ਦੇ ਮਾਲਕ ਬਣੇ ਬੈਠੇ ਆ, ਉਹ ਤਾਜਾਂ ਦੇ ਮਾਲਕ ਬਣੇ ਬੈਠੇ ਆ, ਉਹ ਪੂਰਾ ਰਾਜ ਕਰ ਰਿਹਾ। ਇੱਕ ਆਹ ਦੇਖੋ ਆਹ ਦੁੱਖ, ਇੱਕ ਮਿੰਟ, ਹਾਂ ਇਹ ਵੀਰ ਕਹਿ ਰਿਹਾ, ਇਹ ਬੜੀ ਦੇਖੋ, ਇਹ ਕਹਿੰਦਾ ਵੀ ਸਾਡੇ ਤਾਂ ਸਿਵੇ ਵੀ ਜਾਤਾਂ ਦੇ ਨਾਂ ਤੇ ਬਣ ਗਏ, ਇਹ ਛੋਟੀਆਂ ਜਾਤਾਂ ਦਾ ਸਿਵਾ ਤੇ ਇਹ ਵੱਡੀਆਂ ਜਾਤਾਂ ਦਾ ਸ਼ਮਸ਼ਾਨ ਘਾਟ। ਉਹ ਕਹਿੰਦਾ ਵੀ ਸਾਨੂੰ ਅੱਡ ਫੂਕਦੇ ਆ, ਅਸੀਂ ਇਕੱਠੇ ਬੜੇ ਦੁਖੀ। ਇਹ ਕਹਿੰਦੇ ਜੀ ਅਸੀਂ ਇੱਥੇ ਤਾਂ ਕੁਛ ਨਾ ਕੁਛ ਸਾਨੂੰ ਚਾਂਸ ਦਿੰਦੇ ਸੀਗੇ ਵੀ ਸ਼ਾਇਦ ਮਾੜਾ ਮੋਟਾ ਅਸੀਂ ਇੱਕ ਦੂਜੇ ਨੂੰ ਬੋਲ ਬੁਲਾ ਸਕਦੇ, ਕਹਿੰਦੇ ਅਸੀਂ ਮਰ ਕੇ ਉਸ ਤੋਂ ਜ਼ਿਆਦਾ ਵੀ ਤੜਫ ਰਹੇ ਹਾਂ। ਬਿਲਕੁਲ ਤੜਫ ਅਸੀਂ ਇਸ ਤਰ੍ਹਾਂ ਰਹੇ, ਅਸੀਂ ਕਰ ਕੁਛ ਸਕਦੇ ਨਹੀਂ। ਸਾਡੇ ਨਾਂ ਤੇ ਖਾਣ ਵਾਲਿਆਂ ਨੇ, ਸਾਡੇ ਨਾਂ ਤੇ ਹਸਪਤਾਲ, ਰੋਡ, ਦੰਗੇ ਕਰਾਉਣ ਵਾਲਿਆਂ ਨੇ, ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ ਦੰਗੇ ਕਰਾਉਣ ਵਾਲਿਆਂ ਨੇ, ਨਸ਼ੇ ਵੇਚ ਕੇ ਆਪਦੇ ਮਹਿਲ ਉਸਾਰਨ ਵਾਲਿਆਂ ਨੇ, ਕਹਿੰਦੇ ਸਾਨੂੰ ਤਾਂ ਇੱਥੇ ਤੱਕ ਪਹੁੰਚਾਤਾ। ਅਸੀਂ ਤੜਫ ਬਹੁਤ ਰਹੇ ਹਾਂ, ਪਰ ਕਿਤੇ ਨਾ ਕਿਤੇ ਉਹ ਦੇਖੋ ਮਾਤਾ ਜੀ ਉਹ ਬੈਠੀਆਂ, ਕਈ ਬਜ਼ੁਰਗ ਮਾਤਾ ਬੈਠੀਆਂ ਜੀ, ਉਹ ਨਸ਼ੇ ਨਾਲ ਮਰਨ ਵਾਲੇ ਪੁੱਤਾਂ ਦੀਆਂ ਜਿਹੜੀਆਂ ਅੰਨੀਆਂ ਹੋ ਕਹਿੰਦੀਆਂ ਅਸੀਂ ਮਰੀਆਂ ਜੀ, ਗਮ 'ਚ ਮਰ ਕੇ ਇੱਥੇ ਆਈਆਂ। ਹਾਂਜੀ ਬਿਲਕੁਲ, ਇਹ ਬੜੇ ਗਮ 'ਚ ਬੈਠੀਆਂ ਜੀ, ਕਹਿੰਦੀਆਂ ਵੀ ਬਸ ਸਾਨੂੰ ਇਹ ਵੀ ਸਾਡੇ ਜਵਾਨ ਪੁੱਤ ਜਿਹੜੇ ਮਰੇ ਆ ਨਾ, ਕਿਤੇ ਨਾ ਕਿਤੇ ਕਾਲਜੇ ਠੰਡ ਤਾਂ ਪੈਂਦੀ ਹੈ ਜੇ ਨਸ਼ਾ ਵੇਚਣ ਵਾਲੇ ਦੇ ਵੀ ਇੱਥੇ ਆਉਣ ਜਲਦੀ। ਤਾਂ ਇਹ ਦੁੱਖ ਹੈ, ਇਹ ਦੁੱਖ ਦੇਖੋ ਤੁਸੀਂ ਸਾਨੂੰ ਰੋਕਿਆ, ਸਾਨੂੰ ਰੋਕ ਕੇ ਸਾਰਿਆਂ ਨੇ ਦੁੱਖ ਦੱਸਿਆ। ਦੁੱਖ ਸੁਣਨਾ ਜ਼ਰੂਰੀ ਹੈ ਕਿਉਂਕਿ ਇਹ ਆਵਾਜ਼ ਸਭ ਦੀ ਚੱਕਣੀ ਜ਼ਰੂਰੀ ਹੈ, ਤਾਂ ਇਹਨਾਂ ਦੀ ਆਵਾਜ਼ ਵੀ ਬੇਸ਼ੱਕ ਇਹਨਾਂ ਦੀ ਆਵਾਜ਼ ਤੁਹਾਨੂੰ ਡਾਇਰੈਕਟ ਨਹੀਂ ਸੁਣ ਰਹੀ, ਤੁਹਾਨੂੰ ਹੀ ਪਤਾ ਹੈ, ਤੁਸੀਂ ਵੇਖਿਆ ਜਾਂ ਟੀਵੀਆਂ 'ਚ ਦੇਖਿਆ, ਫਿਲਮਾਂ 'ਚ ਵੇਖਿਆ ਕਿ ਜਿਹੜੀਆਂ ਭੂਤਾਂ ਹੁੰਦੀਆਂ, ਪ੍ਰੇਤਾਂ ਹੁੰਦੀਆਂ, ਉਹ ਕੈਮਰੇ ਤੇ ਨਹੀਂ ਆਉਂਦੀਆਂ, ਉਹਨਾਂ ਦੀਆਂ ਆਵਾਜ਼ਾਂ ਕੁਝ ਖਾਸ ਲੋਕਾਂ ਨੂੰ ਸੁਣਾਈ ਦਿੰਦੀਆਂ, ਤਾਂ ਉਹ ਸਾਨੂੰ ਉਹਨਾਂ ਨੇ ਰੋਕ ਕੇ ਗੱਲ ਕੀਤੀ। ਅੱਛਾ ਅੱਗੇ ਵੀ ਕੋਈ ਗੱਲ ਆ ਰਹੀ ਹੈ, ਆਵਾਜ਼ ਆ ਰਹੀ ਹੈ? ਹਾਂ ਕਹਿ ਰਹੇ ਆ ਇੱਕ ਨੌਜਵਾਨ ਧੀ ਹੈ ਜੀ। ਅੱਛਾ
ਨੌਜਵਾਨ ਧੀ ਇਹ ਬਹੁਤ ਰੋ ਰਹੀ ਹੈ। ਇਹ ਕਹਿੰਦੀ ਜੀ ਮੈਂ ਕਿਸੇ ਰੋਡ ਤੇ, ਕਿਸੇ ਚੁਰਾਹੇ ਤੇ, ਕਿਸੇ ਦਫ਼ਤਰ, ਕਿਸੇ ਅਫਸਰ ਦੇ ਕੋਲੇ ਕਿਤੇ ਮੈਂ ਜਾ ਨਹੀਂ ਸਕਦੀ, ਕਿਤੇ ਖੜ ਨਹੀਂ ਸਕਦੀ। ਜਿੱਥੇ ਮੈਂ ਜਾਂਦੀ ਮੇਰਾ ਸ਼ੋਸ਼ਣ ਹੋਇਆ, ਮੇਰਾ ਬਲਾਤਕਾਰ ਹੋਇਆ, ਮੇਰੇ ਨਾਂ ਤੇ ਕਹਿੰਦੀ ਭ੍ਰਿਸ਼ਟਾਚਾਰ ਜਿਹੜੇ ਨੇ ਵਧਾਇਆ, ਕਹਿੰਦੀ ਮੇਰਾ ਕਿਸੇ ਨੇ ਮੇਰੀ ਪੱਤ ਨਹੀਂ ਬਖਸ਼ੀ, ਕਿਸੇ ਨੇ ਮੇਰੀ ਇੱਜ਼ਤ ਨਹੀਂ ਬਖਸ਼ੀ, ਕਿਸੇ ਨੇ ਮੇਰੀ ਚੁੰਨੀ ਦੀ, ਮੇਰੇ ਮਾਂ-ਬਾਪ ਦੀ ਪੱਗ ਦੀ ਮੇਰੀ ਇੱਜ਼ਤ ਤੱਕੀ ਹੈ, ਕੋਈ ਮੇਰੀ ਲਾਜ ਨਹੀਂ ਰੱਖੀ। ਕਹਿੰਦੀ ਜਿਸ ਮੋੜ ਤੇ ਮੈਂ ਜਾਂਦੀ ਮੇਰਾ ਸ਼ੋਸ਼ਣ ਕੀਤਾ ਜਾਂਦਾ। ਇਹ ਧੀ ਬੜਾ ਕਰਲਾ ਕੇ ਬੋਲ ਰਹੀ ਹੈ ਮਨਿੰਦਰ ਜੀ, ਦੇਖੋ ਕਰਲਾ ਕੇ ਬੋਲ ਰਹੀ ਹੈ। ਸਿਸਟਮ ਨੂੰ ਲਾਹਨਤਾਂ ਪਾ ਰਹੀ ਹੈ, ਲੋਕਾਂ ਨੂੰ ਲਾਹਨਤਾਂ ਪਾ ਰਹੀ ਹੈ, ਸਮਾਜ ਨੂੰ ਲਾਹਨਤਾਂ ਪਾ ਰਹੀ ਹੈ। ਕਹਿੰਦੀ ਇਸ ਸਿਸਟਮ ਦੇ ਵਿੱਚ ਹਰ ਇੱਕ ਔਰਤ ਨੂੰ ਇੱਕ ਦੂਜੀ ਅੱਖ ਨਾਲ ਦੇਖਿਆ ਜਾਂਦਾ। ਜਦੋਂ ਕਿਸੇ ਵੀ ਜਗ੍ਹਾ ਤੇ ਕੋਈ ਕੰਮ ਲਈ ਜਾਂਦੀ ਹੈ, ਕੋਈ ਮਦਦ ਲਈ ਜਾਂਦੀ ਹੈ, ਤਾਂ ਫਿਰ ਸਭ ਤੋਂ ਪਹਿਲਾਂ ਕਹਿੰਦੀ ਉਹਦੀ ਇੱਜ਼ਤ ਤੇ ਅੱਖ ਰੱਖ ਲਈ ਜਾਂਦੀ ਹੈ। ਤਾਂ ਉਹ ਚੀਜ਼ ਦੀ ਸਤਾਈ ਕਹਿੰਦੀ ਮੈਂ ਖੁਦਕੁਸ਼ੀ ਕਰ ਗਈ ਹੈ ਇਹ, ਤੇ ਅੱਜ ਇੱਥੇ ਹੈ ਤੇ ਪਰ ਉਹ ਦੁੱਖ ਉਹ ਵੀ ਆਪਣਾ ਜਿਹੜਾ ਜ਼ਾਹਰ ਕਰ ਰਹੀ ਹੈਗੀ। ਲਗਾਤਾਰ ਮਤਲਬ ਗੱਲਬਾਤ ਜਾਰੀ ਹੈ। ਤੁਸੀਂ ਅੱਗੇ ਵੀ ਬੈਠੇ ਆ, ਦੇਖੋ ਕੁਝ ਮਜ਼ਦੂਰ ਟਾਈਪ ਲੋਕ ਬੈਠੇ ਜੀ, ਮਜ਼ਦੂਰ ਬੈਠੇ ਆ ਇੱਥੇ। ਹਾਂਜੀ ਹਾਂਜੀ, ਇਹ ਕਹਿੰਦੇ ਜੀ ਸਾਨੂੰ ਅਸੀਂ ਤਕਰੀਬਨ ਦੁੱਖਾਂ ਦੇ ਵਿੱਚ ਹੀ ਇੱਥੇ ਆਏ ਆ। ਸਾਰੀ ਜ਼ਿੰਦਗੀ ਸਾਡੇ ਪੱਲੇ ਦੁੱਖ ਹੀ ਸੀ, ਕਹਿੰਦੇ ਵਿਚਾਰੇ ਬਾਈ ਜੀ ਕਹਿ ਰਹੇ ਆ। ਇਹ ਕਹਿੰਦੇ ਦੁੱਖਾਂ ਦੇ ਵਿੱਚ ਕੀ ਸੀ, ਸਾਡੇ ਨਾਂ ਤੇ ਸਰਕਾਰਾਂ ਨੇ ਕਰੋੜਾਂ ਦੇ ਅਰਬਾਂ ਦੇ ਫੰਡ ਜਾਰੀ ਕੀਤੇ, ਸਾਡੇ ਤੱਕ ਤਾਂ ਕਹਿੰਦੇ ਕਣਕ ਤੋਂ ਬਿਨਾਂ ਕੱਖ ਨਹੀਂ ਪਹੁੰਚਿਆ ਜੀ। ਉਹ ਵੀ ਜੇ ਪਹੁੰਚਦੀ ਸੀ ਤਾਂ ਕਦੇ ਮਿੱਟੀ ਵਾਲੀ, ਕਦੇ ਡਲੀਆਂ ਵਾਲੀ, ਕਦੇ ਰੋੜਾਂ ਵਾਲੀ। ਠੀਕ ਹੈ ਜੀ, ਅਸੀਂ ਉਸੇ ਕਣਕ ਦੇ ਨਾਲ ਕਹਿੰਦੇ ਗੁਜ਼ਾਰਾ ਕਦੇ ਇੱਧਰ ਕਰ ਲਿਆ, ਇੱਧਰ ਕਰ ਲਿਆ, ਭੁੱਖ ਨਾਲ ਮਰਦੇ ਕਹਿੰਦੇ ਇੱਥੇ ਸੀ ਕਰੋੜਾਂ ਦੀ ਗਿਣਤੀ 'ਚ ਬੈਠੇ। ਕੁਝ ਤਾਂ ਉਹ ਵੀ ਨੇ ਜਿਹੜੇ ਕਰੋਨਾ ਵੇਲੇ ਤੁਰ ਪੈਦਲ ਚੱਲ ਕੇ ਜਾਂਦੇ ਨੇ ਰਾਹ ਵਿੱਚ ਬੈਠੇ ਜੀ, ਆ ਬੈਠੇ। ਕਰੋਨਾ ਵੇਲੇ ਖਾਣ ਪੀਣ ਨਹੀਂ ਮਿਲਿਆ, ਕਰੋਨਾ ਵੇਲੇ ਇਲਾਜ ਨਹੀਂ ਮਿਲਿਆ। ਤੇ ਬਿਆਨ ਇਹ ਕਹਿ ਰਹੇ ਬਾਈ ਜੀ, ਉਹ ਦੇਖੋ ਬਾਈ ਜੀ ਬੋਲ ਰਹੇ, ਉਹ ਕਹਿੰਦੇ ਜੀ ਬਿਆਨਬਾਜ਼ੀਆਂ ਬਹੁਤ ਵੱਡੀਆਂ ਹੋਈਆਂ। ਕਾਗਜ਼ਾਂ ਦੇ ਵਿੱਚ ਸਾਨੂੰ ਏਸੀ ਬੱਸਾਂ 'ਚ, ਸਾਨੂੰ ਫਸਟ ਕਲਾਸ ਟ੍ਰੇਨਾਂ ਦੇ ਵਿੱਚ ਭੇਜਿਆ ਗਿਆ ਪਿੰਡਾਂ 'ਚ, ਜਦ ਕਿ ਅਸੀਂ ਕਹਿੰਦੇ ਰਾਹੇ ਚੁਰਾਹੇ ਕੰਡਿਆਂ ਵਾਲੀਆਂ ਤਾਰਾਂ 'ਚ ਵੱਜਦੇ ਝਾੜੀਆਂ 'ਚ ਫਸਦੇ, ਪਾਣੀ ਤੋਂ ਰੋਟੀ ਤੋਂ ਬਿਨਾਂ ਤੜਫਦੇ ਹੋਏ ਕਹਿੰਦੇ ਸੜਕਾਂ ਤੇ ਦਮ ਤੋੜਿਆ ਜੀ। ਕਹਿੰਦੇ ਇਹ ਬਾਈ ਜੀ ਉਹ ਬੈਠੇ ਬੋਲ ਰਹੇ, ਉਹ ਬੈਠੇ ਆ ਸਾਰੇ। ਮਤਲਬ ਇੱਕ ਜਾਣਾ ਆਪਣਾ ਪੂਰਾ ਦੁੱਖ ਦੱਸਦਾ, ਪੂਰਾ ਦੁੱਖ ਆ ਜਿਹੜਾ ਉਹ ਸਮਾਜ ਦਾ ਸਾਹਮਣੇ ਲੈ ਕੇ ਆਉਂਦਾ। ਇੱਕ ਜਾਣਾ, ਇੱਕ ਜੇ ਵਰਗ ਵੱਖੋ ਵੱਖਰੇ ਵਰਗ ਜਿਹੜੇ ਕਿ ਸਮਾਜ ਦੇ ਸਿਸਟਮ ਤੇ। ਇੱਕ ਮਿੰਟ, ਇੱਥੇ ਆ ਇੱਕ ਬੇਰੁਜ਼ਗਾਰ ਬੈਠਾ। ਹਾਂਜੀ ਹਾਂਜੀ ਹਾਂਜੀ, ਇਹ ਬੇਰੁਜ਼ਗਾਰ ਕਹਿ ਰਿਹਾ, ਇਹ ਕਹਿੰਦਾ ਹਾਂਜੀ ਇਹ ਬੇਰੁਜ਼ਗਾਰ ਇਹ ਗੱਲ ਕਹਿ ਰਿਹਾ। ਉਹ ਕਹਿੰਦਾ ਵਾਅਦੇ ਕੀਤੇ ਸੀ ਕਿ ਸਰਕਾਰਾਂ ਸਾਡੀਆਂ ਬਣਨਗੀਆਂ, ਨੌਕਰੀਆਂ ਦੇਵਾਂਗੇ, ਪਰ ਨੌਕਰੀਆਂ ਲੈਣ ਗਏ ਡਾਂਗਾਂ ਪਈਆਂ, ਜਿਹੜੀਆਂ ਡਿਗਰੀਆਂ ਸੀ ਉਹ ਸਾਡਾ ਡੰਗ ਨਹੀਂ ਟਪਾ ਸਕੀਆਂ। ਮਜਬੂਰੀ ਵਸ ਅਸੀਂ ਫਿਰ ਰੱਸਾ ਚੁੰਮਿਆ, ਫਿਰ ਅਸੀਂ ਜਿਹੜਾ ਫਾਹਾ ਲਿਆ ਤੇ ਫਾਹਾ ਲੈ ਕੇ ਅੱਜ ਇੱਥੇ ਪਹੁੰਚ ਗਏ। ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਸਾਨੂੰ ਵਾਅਦੇ ਕੀਤੇ, ਜਿਨ੍ਹਾਂ ਨੇ ਸਾਡੇ ਨਾਲ ਲਾਰੇ ਲਾਏ, ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਇੱਥੇ ਪਹੁੰਚੇ ਹਾਂ। ਉਹ ਕਦ ਆਉਣਗੇ, ਉਹ ਕਦ ਸਾਡੇ ਕੋਲ ਆਉਣਗੇ? ਅਸੀਂ ਇਸੇ ਉਡੀਕ ਦੇ ਵਿੱਚ ਆ। ਸਿਸਟਮ ਦਾ ਸਤਾਇਆ ਹੋਇਆ ਇੱਕ ਬੇਰੁਜ਼ਗਾਰ ਇਹ ਕਹਿ ਰਹੇ ਜੀ, ਕਹਿੰਦੇ ਮਨਿੰਦਰ ਜੀ ਵੇਖੋ, ਕਹਿੰਦੇ ਕਿੱਡਾ ਇਹਨਾਂ ਨੇ ਜੀ ਇੱਕ ਬਣਾ ਲਿਆ ਵੀ ਧਾਰਮਿਕ ਸਥਾਨਾਂ ਨੂੰ ਅਸੀਂ ਮੁਰਦ ਘਾਟਾਂ ਨੂੰ, ਸ਼ਮਸ਼ਾਨ ਘਾਟਾਂ ਨੂੰ, ਸੇਵਿਆਂ ਨੂੰ ਵਧੀਆ ਬਣਾਉਣਾ। ਕਹਿੰਦੇ ਜੇ ਵਧੀਆ ਬਣਾਉਣਾ ਸਾਨੂੰ ਵਧੀਆ ਦੀ ਲੋੜ ਨਹੀਂ। ਕਹਿੰਦੇ ਅਸੀਂ ਇੱਥੇ ਵੀ ਦੁਖੀ ਹਾਂ, ਅਸੀਂ ਸਮਾਜ ਤੋਂ ਵੀ ਦੁਖੀ ਗਏ ਹਾਂ। ਬਿਲਕੁਲ, ਕਹਿੰਦੇ ਸਾਨੂੰ ਵਧੀਆ ਦੀ ਲੋੜ ਨਹੀਂ। ਜੇ ਵਧੀਆ ਕਰਨਾ ਕਹਿੰਦੇ ਸੇਵੇ ਸ਼ਮਸ਼ਾਨ ਘਾਟ ਰਾਮ ਬਾਗਾਂ ਨੂੰ ਵਧੀਆ ਨਾ ਕਰੋ, ਵਧੀਆ ਕਰਨਾ ਤਾਂ ਸਿਸਟਮ ਸੁਧਾਰੋ। ਉਹਨਾਂ ਸਰਕਾਰਾਂ ਨੂੰ, ਉਹਨਾਂ ਨਸ਼ਾ ਤਸਕਰਾਂ ਨੂੰ, ਉਹਨਾਂ ਜਿਹੜੇ ਜਿਨ੍ਹਾਂ ਨੇ ਕਹਿੰਦੇ ਸਾਡੇ ਨਾਂ ਤੇ ਜਾਂ ਦੁਨੀਆ ਦੇ ਨਾਲ ਲੋਕਾਂ ਦੇ ਨਾਂ ਤੇ ਫੰਡ ਖਾ ਰਹੇ ਆ, ਉਹਨਾਂ ਨੂੰ ਕਹਿੰਦੇ ਲਾਹਨਤਾਂ ਪਾਓ ਤੇ ਜਲਦੀ ਪਰਮਾਤਮਾ ਅੱਗੇ ਅਰਦਾਸ ਕਰੋ ਦੋਨੇ ਹੱਥ ਬੰਨ੍ਹ ਕੇ ਵੀ ਜਲਦੀ ਤੋਂ ਜਲਦੀ ਸਾਡੇ ਬਰਾਬਰ ਆ ਕੇ ਪੈ ਜਾਣ। ਇਹ ਕਹਿ ਰਹੇ ਮਨਿੰਦਰ ਜੀ, ਇਹ ਕਹਿ ਰਹੇ ਆ। ਤਾਂ ਸਿਸਟਮ ਦੇ ਸਤਾਏ ਹੋਏ ਲੋਕ ਇੱਥੇ ਪਹੁੰਚੇ ਆ। ਰਾਮ ਬਾਗਾਂ ਸ਼ਮਸ਼ਾਨ ਘਾਟਾਂ ਦੇ ਉੱਤੇ ਲੱਖਾਂ ਰੁਪਈਆ ਗ੍ਰਾਂਟ ਜਾਰੀ ਹੁੰਦੀ ਹੈ, ਇੰਨੇ ਲੱਖ ਰੁਪਏ। ਤੁਸੀਂ ਕਿਸੇ ਪਿੰਡ ਦੇ ਵਿੱਚ ਚਲੇ ਜਾਓ, ਐਮਐਲਏ ਨੇ ਪੂਰੀ ਟੌਰ ਨਾਲ ਲਿਖਾਇਆ ਹੁੰਦਾ ਕਿ ਫਲਾਨਾ ਸਿੰਘ ਐਮਐਲਏ ਵੱਲੋਂ ਇਸ ਰਾਮ ਬਾਗ ਦੀ ਉਸਾਰੀ ਲਈ, ਨਵੀਨੀਕਰਨ ਲਈ ਇੰਨੇ ਕਰੋੜ ਰੁਪਈਆ। ਕਹਿੰਦੇ ਉਹਨੂੰ ਉਹਦਾ ਦਿਲ ਨਹੀਂ ਕਰਦਾ, ਇੱਥੇ ਉਹਦਾ ਦਿਲ ਨਹੀਂ ਕਰਦਾ। ਐਮਐਲਏ ਕਿਹਦਾ ਦਿਲ ਕਰਦਾ? ਉਹਨੂੰ ਸਿਕਿਉਰਟੀਆਂ ਰੱਖਦੇ ਆ ਨਾਲ ਵੀ, ਕਿਤੇ ਭੁੱਲ ਭੁਲੇਖੇ ਵੀ ਕੋਈ ਸਾਨੂੰ ਇੱਥੇ ਪਹੁੰਚਾ ਨਾ ਦੇਵੇ, ਉਹ ਸਿਕਿਉਰਟੀਆਂ ਰੱਖਦੇ ਆ। ਤੇ ਉਹ ਕਹਿੰਦੇ ਆ ਵੀ ਗ੍ਰਾਂਟਾਂ ਉੱਥੇ ਬੜੇ ਟੌਰ ਨਾਲ ਲਿਖ ਦਿੰਦੇ ਆ। ਤੇ ਉਹੀ ਗ੍ਰਾਂਟਾਂ ਜੇ ਸਾਨੂੰ ਰੁਜ਼ਗਾਰ ਦੇਣ ਲਈ, ਜੇ ਕਿਸਾਨਾਂ ਨੂੰ ਸਹੀ ਉਹ ਫਸਲ ਦਾ ਮੁੱਲ ਦੇਣ ਲਈ, ਜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੈਂਟਰ ਖੋਲ ਕੇ ਜੇ ਉਹਨਾਂ ਮਾਵਾਂ ਦੇ ਹੰਝੂ ਪੂੰਝੇ ਜਾਣ, ਤਾਂ ਗ੍ਰਾਂਟਾਂ ਉੱਥੇ ਆ ਜਾਣ। ਇੱਥੇ ਗ੍ਰਾਂਟਾਂ ਦੀ ਕੀ ਲੋੜ ਹੈ? ਤਾਂ ਜਿਹੜੇ ਕਹਿੰਦੇ ਰਾਮ ਬਾਗ ਸਿਵਿਆਂ ਨੂੰ ਚਮਕਾਇਆ ਜਾ ਰਿਹਾ, ਉਹ ਕਿਸ ਲਈ ਚਮਕਾਇਆ ਜਾ ਰਿਹਾ? ਹਰ ਇੱਕ ਦਾ ਦੁੱਖ ਤੁਹਾਡੇ ਨਾਲ ਸਾਂਝਾ ਕੀਤਾ। ਵੱਖੋ ਵੱਖਰੇ ਵਰਗ ਇੱਥੇ ਲਗਾਤਾਰ ਬੈਠੇ, ਬੜੇ ਲੋਕ ਬੈਠੇ ਜੀ, ਬੜੇ ਦੁੱਖ, ਸਾਰੇ ਦੁਖੀ ਹੈ ਇੱਥੇ। ਇੱਥੇ ਕੁਛ ਕੋਈ ਨਹੀਂ ਆਇਆ ਜੀ ਇੱਥੇ। ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਅਸੀਂ ਵੀ ਤੁਹਾਡਾ ਹੱਲ ਨਹੀਂ ਕਰ ਸਕੇ, ਪਰ ਆਵਾਜ਼ ਤੁਹਾਡੀ ਚੱਕੀ ਹੈ ਕਿ ਜੇਕਰ ਕੋਈ ਹੱਲ ਕਰ ਦੇਵੇ, ਜੇ ਕਿਸੇ ਦੇ ਕੰਨ 'ਚ ਆਵਾਜ਼ ਪੈ ਜਾਵੇ। ਅਸੀਂ ਲੰਘ ਰਹੇ ਸੀ, ਸਾਨੂੰ ਰੋਕਿਆ ਤੁਸੀਂ। ਦੁੱਖ ਸੁਣਨਾ, ਗੱਲ ਸੁਣਨੀ ਸਾਡਾ ਫਰਜ਼ ਹੈ। ਸਿਸਟਮ ਬਦਲਣਾ, ਉਹ ਸਿਸਟਮ ਬਦਲਣਾ ਲੋਕਾਂ ਨੇ, ਸਰਕਾਰਾਂ ਤੇ ਤੱਕ ਇਹ ਆਵਾਜ਼ ਪਹੁੰਚਾਉਣੀ ਸਾਡਾ ਫਰਜ਼ ਹੈ। ਮੈਂ ਤੇ ਮੇਰੇ ਸਾਥੀ ਜਗਦੇਵ ਨੇ ਗੱਲਬਾਤ ਜੋ ਇਹਨਾਂ ਨਾਲ ਕੀਤੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਹੈ। ਤੁਸੀਂ ਦੇਖੋ ਸਵਾਲ ਹੁਣ ਜਦੋਂ ਪਿੰਡਾਂ 'ਚ ਆਉਣਗੇ, ਇਹਨਾਂ ਲੋਕਾਂ ਦੇ ਸਵਾਲ ਵੀ ਤੁਸੀਂ ਕਰਨੇ, ਕਿਉਂਕਿ ਇਹ ਕਰ ਨਹੀਂ ਸਕਦੇ। ਉਹਨਾਂ ਨੂੰ ਸਮਝਾਓ ਕਿ ਇਹਨਾਂ ਰਾਮ ਬਾਗਾਂ ਸੇਵਿਆਂ ਨੂੰ ਨਾ ਚਮਕਾਓ। ਚਮਕਾਉਣਾ ਤਾਂ ਸਾਡੇ ਸਕੂਲ ਚਮਕਾਓ, ਚਮਕਾਉਣਾ ਤਾਂ ਸਾਡੇ ਬੱਚਿਆਂ ਦਾ ਭਵਿੱਖ ਚਮਕਾਓ।